ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਜੀ ਡੱਲਾ ਜੀ, ਖਾਸ ਖਬਰਾਂ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਮੁੱਦੇ ਨੂੰ ਲੈ ਕੇ ਜੋ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਮੀਟਿੰਗ ਕੀਤੀ, ਸਖਤ ਚੇਤਾਵਨੀ ਦਿੱਤੀ। ਕੀ ਕੁਝ ਮੀਟਿੰਗ 'ਚ ਰਿਹਾ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਨਾਲ ਦੀ ਨਾਲ ਬਹਿਬਲ ਕਲਾ ਵਿਖੇ ਵੀ ਸਿੱਖ ਜਥੇਬੰਦੀਆਂ ਦੇ ਜੋ ਹੈ ਮੀਟਿੰਗ ਹੋਈ, ਗੋਲੀकांड ਮਾਮਲੇ ਨੂੰ ਲੈ ਕੇ ਔਰ ਬੇਅਦਬੀ ਮਾਮਲੇ ਨੂੰ ਲੈ ਕੇ ਜੋ ਇਨਸਾਫ ਨਹੀਂ ਮਿਲ ਰਿਹਾ, ਇਸ ਦੇ ਉੱਪਰ ਇਹਨਾਂ ਦੀ ਮੀਟਿੰਗ ਸੀ। ਕੀ ਖਾਸ ਰਿਹਾ, ਕੀ ਫੈਸਲੇ ਹੋਏ, ਉਸ ਦੇ ਉੱਪਰ ਵੀ ਚਰਚਾ ਜ਼ਰੂਰ ਕਰਾਂਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਜੋ ਹੈ ਅੰਦੋਲਨ ਦੀ ਗੱਲ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਗਤੀਵਿਧੀਆਂ ਉਹਨਾਂ ਵੱਲੋਂ ਰਹਿਣਗੀਆਂ, ਉਸ ਦੇ ਉੱਪਰ ਵੀ ਤੁਹਾਡੇ ਤੋਂ ਜਾਣਕਾਰੀ ਜ਼ਰੂਰ ਲਵਾਂਗੇ। ਤੇ ਨਾਲ ਦੀ ਨਾਲ ਬਹੁਤ ਅਹਿਮ ਗੱਲ ਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਪੰਜਾਬ ਦੀਆਂ ਜੋ ਪੇਂਡੂ ਡਿਸਪੈਂਸਰੀਆਂ ਨੇ ਉਹਨਾਂ ਵਿੱਚ ਡਾਕਟਰਾਂ ਦੀ ਕਮੀ ਲਗਾਤਾਰ ਚੱਲ ਰਹੀ ਹੈ। ਚਰਚਾ ਉਸ ਮੁੱਦੇ ਤੇ ਵੀ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤਾਂ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਗਿਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਨਾਲ, ਇਹ ਮੁੱਦਾ ਜੋ ਹੈ ਡੱਲਾ ਜੀ ਜਲਦੀ ਜੋ ਹੈ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸਿਆਸਤ ਬਹੁਤ ਹੋ ਰਹੀ ਹੈ ਇਸ ਉੱਪਰ ਤੇ ਹੁਣ ਪਤਾ ਲੱਗਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਵੀ ਮੀਟਿੰਗ ਕੀਤੀ, ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ। ਸੋ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਕੀ ਚੇਤਾਵਨੀ ਦਿੱਤੀ ਗਈ ਤੇ ਇਹ ਮਾਮਲਾ ਕਿਸ ਪਾਸੇ ਨੂੰ ਜਾਂਦਾ ਨਜ਼ਰ ਆ ਰਿਹਾ ਹੈ। ਹਰਜੋਤ ਜੀ, ਮਾਮਲਾ ਕਾਫੀ ਜ਼ਿਆਦਾ ਭਖ ਗਿਆ ਹੈ। ਕੱਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਨੇ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ। ਉਹਦੇ ਵਿੱਚ ਡਾਕਟਰ ਦਈਆ ਸੀ, ਡਾਕਟਰ ਪਰਮਜੀਤ ਸਿੰਘ ਮਾਨ ਸੀ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ। ਡਾਕਟਰ ਦਈਆ ਮੇਰਾ ਖਿਆਲ ਉਹ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ। ਸੋ ਵੱਡੇ ਅਹੁਦੇਦਾਰ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਸਾਰੇ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨੇ ਬੜੀ ਗਹਿਰਾਈ ਦੇ ਨਾਲ ਪੂਰੇ ਮਾਮਲੇ ਦੀ ਪੜਤਾਲ ਕੀਤੀ ਹੈ। ਹੁਣ ਇੱਕ ਸਿਹਤ ਮੰਤਰੀ ਆ ਜਿਹੜੇ ਉਹ ਬੜੇ ਜ਼ਿੰਮੇਦਾਰ ਅਹੁਦੇ ਦੇ ਉੱਤੇ ਹੁੰਦੇ ਨੇ ਔਰ ਇਹਨਾਂ ਡਾਕਟਰਾਂ ਨੇ ਕਿਹਾ ਹੈ ਕਿ ਪ੍ਰੋਟੋਕਾਲ ਹੈ ਜਿਹੜੇ ਗਵਰਨਰ ਤੋਂ ਬਾਅਦ ਕਿਸੇ ਵੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਉਂਦਾ ਔਰ ਸਿਹਤ ਮੰਤਰੀ ਵੱਲੋਂ ਜਿਸ ਤਰੀਕੇ ਦਾ ਵਰਤਾਰਾ ਕੀਤਾ ਗਿਆ ਵਾਈਸ ਚਾਂਸਲਰ ਦੇ ਨਾਲ, ਉਹਦੀ ਇਹਨਾਂ ਨੇ ਨਿੰਦਾ ਕੀਤੀ ਹੈ। ਇਹਨਾਂ ਦਾ ਕਹਿਣਾ ਕਿ ਇਹਦੇ ਨਾਲ ਡੀਮੋਰਲਾਈਜ਼ ਹੋਣਗੇ ਸਾਡੇ ਪੇਸ਼ੇ ਨਾਲ ਜੁੜੇ ਹੋਏ ਲੋਕ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਪ੍ਰੋਟੋਕਾਲ ਦੇ ਵਿੱਚ ਜ਼ਰੂਰੀ ਨਹੀਂ ਹੈ, ਇਹ ਵੀ ਜ਼ਰੂਰੀ ਨਹੀਂ ਹੈ, ਲਾਜ਼ਮੀ ਨਹੀਂ ਹੈ ਕਿ ਵਾਈਸ ਚਾਂਸਲਰ ਹਰ ਵਾਰ ਇਸੇ ਤਰ੍ਹਾਂ ਨਾਲ ਲੈ ਕੇ ਜਾਏ ਜਾਣ। ਉਹਨਾਂ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦੀ ਗੱਲ ਵੀ ਤੁਹਾਨੂੰ ਸੁਣਾਉਣਾ। ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕੱਲ੍ਹ ਕਿ ਅਗਰ ਭਗਵੰਤ ਮਾਨ ਸਾਹਿਬ ਕਾਰਵਾਈ ਨਹੀਂ ਕਰਦੇ ਸਿਹਤ ਮੰਤਰੀ ਤੇ, ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ, ਅਹੁਦੇ ਤੋਂ ਨਹੀਂ ਹਟਾਇਆ ਜਾਂਦਾ। ਇੱਕ ਦੂਸਰਾ, ਅਗਰ ਉਹ ਪਬਲਿਕਲੀ ਸਾਰਵਜਨਿਕ ਤੌਰ ਤੇ ਵਾਈਸ ਚਾਂਸਲਰ ਤੋਂ ਮਾਫੀ ਨਹੀਂ ਮੰਗਦੇ ਤੇ ਡਾਕਟਰ ਆਪਣੇ ਅੰਦੋਲਨ ਨੂੰ ਭਖਾ ਸਕਦੇ ਨੇ, ਹੜਤਾਲ ਤੱਕ ਦੀ ਨੌਬਤ ਆ ਸਕਦੀ ਹੈ। ਔਰ ਅਗਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਦੇਸ਼ ਦੇ ਸਾਰੇ ਡਾਕਟਰਾਂ ਦੇ ਨਾਲ ਸਾਂਝੀ ਇੱਕ ਆਰਗੇਨਾਈਜੇਸ਼ਨ ਹੈ, ਅਗਰ ਦੇਸ਼ ਵਿਆਪੀ ਵੀ ਇਹ ਕਹਿੰਦੇ ਅਸੀਂ ਗੱਲਬਾਤ ਕਰ ਰਹੇ ਹਾਂ, ਅਗਰ ਦੇਸ਼ ਵਿਆਪੀ ਕੋਈ ਵੱਡਾ ਫੈਸਲਾ ਹੋ ਗਿਆ ਤੇ ਚੁਣੌਤੀਆਂ ਸਰਕਾਰ ਦੀਆਂ ਬਹੁਤ ਵੱਧ ਸਕਦੀਆਂ ਨੇ। ਔਰ ਕਈ ਇਸ ਤਰੀਕੇ ਦੀਆਂ ਰਿਪੋਰਟਾਂ ਨੇ ਜਿਨ੍ਹਾਂ ਨੇ ਬੜੀ ਚਿੰਤਾ ਭਗਵੰਤ ਮਾਨ ਸਰਕਾਰ ਦੀ ਵਧਾ ਦਿੱਤੀ ਹੈ। ਵਿਰੋਧੀ ਧਿਰਾਂ ਤਾਂ ਵਿਰੋਧ ਕਰ ਹੀ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਖਬਰਾਂ ਮਿਲੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਕਈ ਅਜਿਹੇ ਲੋਕ ਨੇ ਜਿਹੜੇ ਇਸ ਗੱਲ ਨੂੰ ਨਾਪਸੰਦ ਕਰ ਰਹੇ ਨੇ। ਆਮ ਆਦਮੀ ਪਾਰਟੀ 'ਚ ਕਈ ਡਾਕਟਰ ਨੇ ਕਹਿੰਦੇ ਭਗਵੰਤ ਮਾਨ ਸਾਹਿਬ ਨੂੰ, ਸਿਹਤ ਮੰਤਰੀ ਸਾਹਿਬ ਨੂੰ, ਉਹਨਾਂ ਨੇ ਵੀ ਆਪਣੇ ਵੱਲੋਂ ਇਸ਼ਾਰਿਆਂ 'ਚ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਮਾਫੀ ਜਿਹੜੀ ਹੈ ਉਹ ਤੁਰੰਤ ਮੰਗ ਲੈਣੀ ਚਾਹੀਦੀ ਹੈ ਸਿਹਤ ਮੰਤਰੀ ਸਾਹਿਬ ਨੂੰ। ਔਰ ਦੂਜੇ ਪਾਸੇ ਵਿਰੋਧੀ ਅੜੇ ਹੋਏ ਨੇ ਔਰ ख़ास ਤੌਰ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਹਿ ਦਿੱਤਾ ਕਿ ਜਦ ਤੱਕ ਡਾਕਟਰ ਸਾਹਿਬ ਦੇ ਸਨਮਾਨ 'ਚ ਸਿਹਤ ਮੰਤਰੀ ਤੇ ਕਾਰਵਾਈ ਨਹੀਂ ਹੁੰਦੀ, ਐਕਸ਼ਨ ਨਹੀਂ ਹੁੰਦਾ, ਤਦ ਤੱਕ ਅਸੀਂ ਚੁੱਪ ਨਹੀਂ ਬਹਿਣਾ। ਸੋ ਇਹ ਮਾਮਲਾ ਜਿਹੜਾ ਇਹ ਬਹੁਤ ਜ਼ਿਆਦਾ ਭਖਦਾ ਹੋਇਆ ਮੈਨੂੰ ਨਜ਼ਰ ਆ ਰਿਹਾ। ਇੰਡੀਅਨ ਮੈਡੀਕਲ ਜਿਹੜੀ ਐਸੋਸੀਏਸ਼ਨ ਆ ਉਹਨਾਂ ਦੇ ਡਾਕਟਰਾਂ ਨੇ ਕੀ ਗੱਲ ਕਹੀ, ਕਿਵੇਂ ਹਵਾਲੇ ਦਿੱਤੇ ਉਹਨਾਂ ਨੇ ਕਿਹਾ ਕਿ ਸਾਡੇ ਨਵੇਂ ਜਿਹੜੇ ਵਿਦਿਆਰਥੀ ਨੇ ਡਾਕਟਰੀ ਪੇਸ਼ੇ 'ਚ ਆਉਣ ਵਾਲੇ ਉਹ ਵੀ ਡੀਮੋਰਲਾਈਜ਼ ਹੋਣਗੇ। ਉਹਨਾਂ ਨੇ ਕਿਹਾ ਕਿ ਸੜਕਾਂ ਤੇ ਖੱਡਿਆਂ ਦੇ ਲਈ ਡਿਪਟੀ ਕਮਿਸ਼ਨਰ ਨੂੰ, ਸੜਕਾਂ ਤੇ ਜਦੋਂ ਪਾਣੀ ਖੜ ਜਾਂਦਾ ਹੈ ਕਿ ਡਿਪਟੀ ਕਮਿਸ਼ਨਰ ਨੂੰ ਉਹਦੇ 'ਚ ਵਾੜਿਆ ਜਾਂਦਾ ਕਿਸੇ ਮੰਤਰੀ ਵੱਲੋਂ।
ਸੋ ਉਹਨਾਂ ਨੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਡਾਕਟਰਾਂ ਨੇ। ਇੱਕ ਵਾਰੀ ਸੁਣਨੀ ਗੱਲ ਬੜੀ ਜ਼ਰੂਰੀ ਹੈ। ਇਹ ਸੰਘਰਸ਼ ਮੈਨੂੰ ਵੱਧਦਾ ਹੋਇਆ ਨਜ਼ਰ ਆਉਂਦਾ ਔਰ ਭਗਵੰਤ ਮਾਨ ਉਹਨਾਂ ਨੂੰ ਸਿਰਫ ਇਹ ਕਹਿ ਦੇਣਾ ਭਗਵੰਤ ਮਾਨ ਸਾਹਿਬ ਵੱਲੋਂ ਕਿ ਮੈਂ ਮਾफ़ੀ ਮੰਗ ਲਈ, ਇਹ ਡਾਕਟਰ ਕਹਿੰਦੇ ਕੀ ਪਤਾ ਕਿਵੇਂ ਮਾफ़ੀ ਮੰਗੀ ਹੈ, ਕਿ ਈਅਰ ਟੂ ਈਅਰ, ਕਿ ਇੱਕ ਦੂਜੇ ਦੇ ਨਾਲ ਮਾफ़ੀ ਮੰਗੀ ਹੈ, ਸਾਰਵਜਨਿਕ ਮਾफ़ੀ ਹੋਣੀ ਚਾਹੀਦੀ ਹੈ। ਇਹ ਗੱਲ ਇਹਨਾਂ ਨੇ ਕੀਤੀ ਔਰ ਸਿਹਤ ਮੰਤਰੀ ਤੋਂ ਮਾफ़ੀ, ਔਰ ਇਹ ਮਾਮਲਾ ਭਖ ਰਿਹਾ ਕਾਫੀ। ਇੱਕ ਵਾਰ ਗੱਲ ਸੁਣ ਲਈਏ। ਅਸੀਂ ਸੀਐਮ ਸਾਹਿਬ ਨੂੰ ਇਹ ਗੁੰਜਾਰਿਸ਼ ਕਰਦੇ ਹਾਂ, ਕੱਲ੍ਹ ਵੀ ਪ੍ਰੈਸ ਨੋਟ ਦੇ ਵਿੱਚ ਦਿੱਤਾ ਸੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹੋ ਜਿਹੇ ਮੰਤਰੀ ਨੂੰ, ਤੁਹਾਡੀ ਸਰਕਾਰ ਤੇ ਵੀ ਇਹ ਧੱਬਾ ਲਗਾਉਂਦਾ, ਪੂਰੀ ਸਟੇਟ ਤੇ ਧੱਬਾ ਲਗਾ ਰਿਹਾ, ਪੂਰੀ ਹੈਲਥ ਸਰਵਿਸਿਜ਼ ਨੂੰ ਇਹ ਖਰਾਬ ਕਰ ਰਿਹਾ, ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਬਰਖਾਸਤ ਕੀਤਾ ਜਾਵੇ ਤੇ ਇਹਨਾਂ ਤੋਂ ਪਬਲਿਕਲੀ ਅਪੋਲੋਜੀ ਮੰਗਵਾਈ ਜਾਵੇ। ਹੈਲਥ ਮਿਨਿਸਟਰ ਉੱਥੇ ਗਏ, ਇੱਕ ਵਾਈਸ ਚਾਂਸਲਰ ਨੇ ਕਟਸੀ ਦਿਖਾਈ ਕਿ ਕੈਬਨਿਟ ਮਿਨਿਸਟਰ ਆਇਆ ਤੇ ਉਹ ਉਹਦੇ ਨਾਲ ਚਲੇ ਗਏ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਗੱਦਾ ਵਾਈਸ ਚਾਂਸਲਰ ਨੇ ਨਹੀਂ ਵਿਛਾਉਣਾ। ਕੀ ਜਿੱਦਾਂ ਪ੍ਰਧਾਨ ਜੀ ਨੇ ਪਹਿਲਾਂ ਕਿਹਾ, ਜਦੋਂ ਘਰਾਂ 'ਚ ਪਾਣੀ ਆਉਂਦਾ ਹੈ, ਕਦੀ ਮੰਤਰੀ ਡੀਸੀ ਸਾਹਿਬ ਨੂੰ ਲੈ ਕੇ ਗਏ ਉਸ ਗਲੀ ਦੇ ਵਿੱਚ ਕਿ ਪਾਣੀ ਇੱਥੇ ਆਇਆ, ਤੂੰ ਇਸ ਪਾਣੀ 'ਚ ਬਹਿ। ਕਦੀ ਟ੍ਰੈਫਿਕ ਦੇ ਵਿੱਚ ਆਪਾਂ ਜਦੋਂ ਫਸੇ ਹੁੰਦੇ ਆ, ਕਦੀ ਐਸਐਸਪੀ ਨੂੰ ਲੈ ਕੇ ਗਏ, ਕਿਉਂਕਿ ਉੱਥੋਂ ਉਹਨਾਂ ਨੂੰ ਡਰ ਹੈ। ਸੌਫਟ ਟਾਰਗੇਟ ਸਮਝਿਆ ਜਾਂਦਾ ਡਾਕਟਰ ਨੂੰ ਵੀ, ਇਹ ਨਿਮਰਤਾ ਰੱਖਦੇ ਨੇ, ਇਹ ਪਿਆਰ ਨਾਲ ਪੇਸ਼ ਆਉਂਦੇ ਆ, ਇਹਨਾਂ ਨੂੰ ਐਵੇਂ ਬਸ ਝੂਠੀ ਸ਼ੋਹਰਤ ਲਈ ਪੋਪੂਲੈਰਿਟੀ, ਝੂਠੀ ਪੋਪੂਲਰ। ਜੇ ਇੰਨੇ ਹੀ ਵਚਨਬੰਦ ਨੇ ਇਹਨਾਂ ਦੇ ਮੰਤਰੀ ਜਿਹੜੇ ਨੇ, ਉਹ ਕਿਉਂ ਨਹੀਂ ਐਸਐਸਪੀ ਨੂੰ ਲਿਜਾ ਕੇ ਚੌਂਕਾਂ 'ਚ ਖੜੇ ਕਰਦੇ ਵੀ ਇਹ ਟ੍ਰੈਫਿਕ ਕਿਉਂ ਚੱਲ ਰਿਹਾ? ਤੇ ਕਿਉਂ ਨਹੀਂ ਡੀਸੀ ਸਾਹਿਬ ਨੂੰ, ਅੱਜ ਪਾਣੀ 'ਚੋਂ ਆਪਾਂ ਆਏ ਆ ਲੰਘ ਕੇ, ਕਿਉਂ ਨਹੀਂ ਉਹ ਟੋਇਆਂ ਦੇ ਉੱਤੇ ਦੇਖਦੇ? ਕਿਉਂ ਨਹੀਂ ਇਹ ਜੇਈ ਤੋਂ ਮਤਲਬ ਸਵਾਲ ਜਵਾਬ, ਜਾਂ ਆਪਣੇ PWD ਦੇ ਜਿਹੜੇ ਇਹਨਾਂ ਦੇ ਵੱਡੇ ਅਹੁਦੇਦਾਰ ਉਹਨਾਂ ਦਾ ਕਿਉਂ ਨਹੀਂ ਸਵਾਲ ਕਰਦੇ ਵੀ ਇਹ ਟੋਇਆਂ 'ਚ ਡਿੱਗ ਰਿਹਾ ਕੋਈ? ਆਪਾਂ ਗੱਲ ਸੁਣੀ ਹੈ, ਇੰਜ ਲੱਗਦਾ ਹੈ ਕਿ ਇਹ ਮਾਮਲਾ ਬਹੁਤ ਜਲਦ ਸ਼ਾਂਤ ਹੋਣ ਵਾਲਾ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਮਸਲੇ ਤੇ ਅੱਗੇ ਵਧਣਾ ਪਊਗਾ, ਨਹੀਂ ਤਾਂ ਆਉਂਦੇ ਦਿਨਾਂ ਦੇ ਵਿੱਚ ਇਹ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਅਗਰ ਡਾਕਟਰਾਂ ਨੇ ਹੜਤਾਲ ਵਰਗਾ ਫੈਸਲਾ ਕਰ ਲਿਆ ਤੇ ਗੱਲ ਅੱਗੇ ਤੱਕ ਚਲੀ ਜਾਊਗੀ। ਇਹ ਵੀ ਨਹੀਂ ਪਤਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਪੈਰਾਮੈਡੀਕਲ ਸਟਾਫ ਨੇ, ਜਿਹੜਾ ਸਹਾਇਕ ਸਟਾਫ ਹੈ ਸਾਡੇ ਡਾਕਟਰਾਂ ਨਾਲ, ਹਸਪਤਾਲਾਂ ਦਾ ਨਰਸਿੰਗ ਸਟਾਫ ਹੈ ਸਾਡਾ, ਜਿਹੜੇ ਹੋਰ ਆਪਰੇਸ਼ਨ ਦੇਖਣੇ ਨੇ, ਤਕਨੀਸ਼ੀਅਨ ਨੇ, ਸਾਡੇ ਸਫਾਈ ਸੇਵਕ ਨੇ, ਉਹ ਸਾਰੇ ਸਟਾਫ ਵੀ ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲੇ ਤੇ ਅਗਰ ਅੰਦੋਲਨ ਦਾ ਹਿੱਸਾ ਬਣ ਗਏ ਤੇ ਇਹ ਬਹੁਤ ਵੱਡੀ ਚੁਣੌਤੀ ਹੈ ਜਿਹੜੀ ਇਹ ਬਣ ਸਕਦੀ। ਹਰਜੋਤ ਜੀ, ਇੱਕ ਬੜਾ ਅਹਿਮ ਮਾਮਲਾ ਹੈ ਲੱਖਾ ਸਿਧਾਣਾ ਕੱਲ ਲਾਈਵ ਹੋਏ ਔਰ ਉਹਨਾਂ ਨੇ ਚੇਤਨ ਸਿੰਘ ਜੌੜਾ ਮਾਜਰਾ ਸਿਹਤ ਮੰਤਰੀ ਆ, ਉਹਨਾਂ ਦੇ ਹੱਕ 'ਚ ਖੜੇ ਹੋ ਗਏ, ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਉਹਨਾਂ ਨੇ। ਸੋ ਉਹਨਾਂ ਨੇ ਆਪਣਾ ਪੱਖ ਰੱਖਿਆ VC ਰਾਜ ਬਹਾਦਰ ਵਾਲੇ ਮਾਮਲੇ ਤੇ। ਉਹ ਕਹਿੰਦੇ ਵੀ 2014 ਤੋਂ ਤੈਨਾਤ ਨੇ ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ, ਕਹਿੰਦੇ ਉਹ 2014 ਤੋਂ ਤੈਨਾਤ ਨੇ ਔਰ ਯੂਨੀਵਰਸਿਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਨੇ, ਉਹ ਇਸ ਦੇ ਲਈ ਜ਼ਿੰਮੇਦਾਰ ਕਿਉਂ ਨਹੀਂ? ਉਹ ਕਹਿੰਦੇ ਵਿਰੋਧੀ ਤਰ੍ਹਾਂ ਸਿਆਸਤ ਕਰ ਰਹੀਆਂ ਨੇ, ਭਗਵੰਤ ਮਾਨ ਨੂੰ ਜੌੜਾ ਮਾਜਰਾ ਦੇ ਨਾਲ ਖੜੇ ਹੋਣਾ ਚਾਹੀਦਾ। ਸੋ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅੱਜ ਤੱਕ ਇਹ ਵਾਈਸ ਚਾਂਸਲਰ ਨੇ ਜਿਹੜੇ, ਇਹਨਾਂ ਨੂੰ ਕੋਈ ਹਿਲਾ ਨਹੀਂ ਸਕਿਆ। ਸੋ ਲੱਖਾ ਸਿਧਾਣਾ ਉਹਨਾਂ ਦਾ ਆਪਣਾ ਤਰਕ ਹੈ। ਕੁਝ ਸਮਾਂ ਪਹਿਲਾਂ ਭਗਵੰਤ ਮਾਨ ਨੂੰ ਮੁਲਾਕਾਤ ਵੀ ਕਰਕੇ ਆਏ ਸੀ ਲੱਖਾ ਸਿਧਾਣਾ। ਸੋ ਉਹਨਾਂ ਨੇ ਹੁਣ ਵਾਈਸ ਚਾਂਸਲਰ ਰਾਜ ਬਹਾਦਰ ਉਹਨਾਂ ਦੇ ਖਿਲਾਫ ਇੱਕ ਤਰੀਕੇ ਨਾਲ ਇਹ ਵੀਡੀਓ 'ਚ ਮੋਰਚਾ ਖੋਲ੍ਹਿਆ। ਸਾਰਿਆਂ ਨੇ, ਡੈਮੋਕ੍ਰੇਸੀ ਹੈ, ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ। ਬਿਲਕੁਲ ਠੀਕ ਹੈ, ਅਗਰ ਰਾਜ ਬਹਾਦਰ ਹੋਣੀ ਇੰਨੇ ਐਫੀਸ਼ੀਐਂਟ ਨਹੀਂ ਹੈ ਵਾਈਸ ਚਾਂਸਲਰ ਦੇ ਤੌਰ ਤੇ ਜ਼ਰੂਰ ਵਾਈਸ ਚਾਂਸਲਰ ਨੂੰ ਬਦਲਿਆ ਜਾ ਸਕਦਾ, ਉਹਦਾ ਹੱਕ ਹੈ। ਪਰ ਸਵਾਲ ਇਹ ਹੈ ਕਿ ਕਿਸੇ ਨੂੰ ਇਸ ਤਰੀਕੇ ਨਾਲ ਗੱਦੇ ਤੇ ਲਟਾਉਣਾ, ਹਰ ਕਿਸੇ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਆਚਰਣ ਪੇਸ਼ ਕੀਤਾ ਜਾਂਦਾ ਹੈ, ਉਹਨੂੰ ਆਪਣੇ ਜਿਹੜਾ ਨਜ਼ਰੀਏ ਨਾਲ ਦੇਖਣ ਦਾ ਹੱਕ ਹੈ। ਪਰ ਮੈਨੂੰ ਲੱਗਦਾ ਇਸ ਤਰੀਕੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ ਸੀ। ਹਾਂ, ਅਗਰ ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ ਤਾਂ ਉਹਨਾਂ ਦੀ ਬਦਲੀ ਕੀਤੀ ਜਾ ਸਕਦੀ ਹੈ। ਔਰ ਲੱਖਾ ਸਿਧਾਣਾ ਜੀ ਦੀ ਧਿਆਨ 'ਚ ਇੱਕ ਗੱਲ ਹੋਰ ਲਿਆ ਦੀਏ। ਲੱਖਾ ਸਿਧਾਣਾ ਸਾਹਿਬ, ਵਾਈਸ ਚਾਂਸਲਰ ਵਾਲਾ ਮੁੱਦਾ ਤੁਸੀਂ ਚੱਕਿਆ ਬਾਬਾ ਫਰੀਦ ਯੂਨੀਵਰਸਿਟੀ ਦਾ, ਬੜੀ ਚੰਗੀ ਗੱਲ ਹੈ। ਇੱਕ ਬੇਨਤੀ ਹੋਰ ਲਾ ਦਿਓ ਭਗਵੰਤ ਮਾਨ ਉਹਨਾਂ ਨੂੰ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹਜੇ ਤੱਕ ਭਗਵੰਤ ਮਾਨ ਸਾਹਿਬ ਵਾਈਸ ਚਾਂਸਲਰ ਹੀ ਨਹੀਂ ਲਾ ਸਕੇ। ਉਹ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ ਜਿੱਥੋਂ ਪੰਜਾਬ ਦੀ ਖੇਤੀ ਨੂੰ ਦਿਸ਼ਾ ਮਿਲਣੀ ਹੈ। ਚਲੋ ਇਹ ਵੀ ਮੰਨ ਲਿਆ ਕਿ ਤੁਸੀਂ MSP ਕਿਹਾ, ਅਸੀਂ MSP ਤੇ ਚੱਕਾਂਗੇ ਮੂੰਗੀ, ਨਹੀਂ ਚੱਕੀ ਗਈ। ਚਲੋ ਵਾਈਸ ਚਾਂਸਲਰ ਤਾਂ ਲਾ ਦਿਓ, ਇਹ ਕੰਮ ਤਾਂ ਤੁਹਾਡੇ ਹੱਥ 'ਚ ਹੈ। ਸੋ ਇਸ ਕਰਕੇ ਸਾਰਿਆਂ ਦਾ ਆਪਣਾ ਆਪਣਾ ਪੱਖ ਹੈ, ਡੈਮੋਕ੍ਰੇਸੀ ਹੈ।
ਡੱਲਾ ਜੀ, ਅਗਲੀ ਖਬਰ ਵੱਲ ਵਧੀਏ ਤਾਂ ਬਹਿਬਲ ਕਲਾਂ ਵਿਖੇ ਜੋ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇੱਕ ਫੈਸਲਾ ਕੀਤਾ ਗਿਆ, ਮੀਟਿੰਗ ਕੀਤੀ ਗਈ ਸੀ ਖਾਸ ਤੌਰ ਤੇ ਕਿ ਲਗਾਤਾਰ ਰੋਸ ਜਤਾਇਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜੋ ਕਿ ਚੋਣਾਂ ਤੋਂ ਪਹਿਲਾਂ ਵਾਅਦੇ ਕਰ ਰਹੀ ਸੀ ਕਿ ਜੇਕਰ ਸਾਡੀ ਸਰਕਾਰ ਬਣੇਗੀ ਤਾਂ ਸਭ ਤੋਂ ਪਹਿਲਾਂ ਗੋਲੀकांड ਮਾਮਲੇ ਨੂੰ ਲੈ ਕੇ, ਬੇਅਦਬੀ ਮਾਮਲਿਆਂ ਨੂੰ ਲੈ ਕੇ ਇਨਸਾਫ ਦਿੱਤਾ ਜਾਏਗਾ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਸੋ ਸਿੱਖ ਜਥੇਬੰਦੀਆਂ ਵੱਲੋਂ ਰੋਸ ਜਤਾਇਆ ਗਿਆ ਤੇ ਹੁਣ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ। ਪਹਿਲਾਂ ਆਪਾਂ ਇਹੀ ਗੱਲ ਜ਼ਰੂਰ ਜਾਣਨਾ ਚਾਹਾਂਗੇ ਕਿ ਜੋ ਇੱਕ ਸਿੱਖ ਜਥੇਬੰਦੀਆਂ ਵੱਲੋਂ ਮੀਟਿੰਗ ਹੋਈ, ਕਿਸ ਤਰ੍ਹਾਂ ਦੇ ਫੈਸਲੇ ਰਹੇ ਤੇ ਸਰਕਾਰ ਦੀ ਭੂਮਿਕਾ ਨੂੰ ਵੀ ਸਮਝਣਾ ਚਾਹਾਂਗੇ ਕਿ ਪਹਿਲਾਂ ਵਾਅਦੇ ਕੀਤੇ ਤੇ ਹੁਣ ਉਹਨਾਂ ਵਾਅਦਿਆਂ ਦੇ ਉੱਪਰ ਖਰੇ ਨਹੀਂ ਉਤਰ ਰਹੇ। ਹਰਜੋਤ ਜੀ, ਇਹ ਇੱਕ ਬਹੁਤ ਹੀ ਵੱਡਾ ਭਰਵਾਂ ਰਣਨੀਤਿਕ ਇਕੱਠ ਸੀ, ਮੈਂ ਇਹ ਕਹੂੰਗਾ। ਇਨਸਾਫ ਮੋਰਚਾ ਦੇਖੋ 7 ਕੁ ਮਹੀਨੇ ਲਗਭਗ ਹੋ ਗਏ, ਸੁਖਰਾਜ ਸਿੰਘ ਨੇ, ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ, ਸੁਖਰਾਜ ਸਿੰਘ ਉਹਨਾਂ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਵੀ ਉੱਥੇ ਸ਼ਹੀਦ ਹੋਏ ਸੀ ਗੋਲੀकांड ਦੇ ਵਿੱਚ, ਇੱਕ ਹੋਰ ਸਿੰਘ ਸ਼ਹੀਦ ਹੋਏ ਸੀ। ਸੋ ਇਨਸਾਫ ਦੀ ਮੰਗ ਵੀ ਚੱਲ ਰਹੀ ਹੈ ਔਰ ਹੁਣ ਇਸ ਬਹਿਬਲ ਕਲਾਂ ਦੇ ਇਨਸਾਫ ਮੋਰਚੇ ਦੇ ਵਿੱਚ ਇਹ ਫੈਸਲੇ ਹੋ ਰਹੇ ਨੇ, ਹਾਲਾਂਕਿ ਕਈ ਫੈਸਲੇ ਹਜੇ ਹੋਣਗੇ, ਕਿ ਅਸੀਂ ਇਨਸਾਫ ਲਈ ਸੰਘਰਸ਼ ਜਾਰੀ ਰੱਖਾਂਗੇ। ਵੱਡਾ ਫੈਸਲਾ ਤਾਂ ਇਹੀ ਹੋਇਆ ਰਣਨੀਤਿਕ ਕਿ ਸੰਘਰਸ਼ ਜਾਰੀ ਰਹੂਗਾ ਜਦ ਤੱਕ ਇਨਸਾਫ ਨਹੀਂ ਮਿਲਦਾ। ਔਰ ਪੰਜਾਬ ਸਰਕਾਰ ਨੂੰ ਕਈ ਸੁਨੇਹੇ ਭੇਜੇ ਨੇ। ਇੱਕ ਸੁਨੇਹਾ ਸਪਸ਼ਟ ਭੇਜਤਾ ਕਿ ਜਿਹੜੇ ਉਹ ਵਕੀਲ ਨੇ ਜਿਹੜੇ ਦੂਜੀ ਧਿਰ ਦੀ ਹਮਾਇਤ ਕਰਦੇ ਰਹੇ ਨੇ ਜਾਂ ਦੂਜੀ ਧਿਰ ਦੇ ਨਾਲ ਕੇਸਾਂ ਦੀ ਪੈਰਵਾਈ ਕਰਦੇ ਰਹੇ ਨੇ, ਉਹਨਾਂ ਵਕੀਲਾਂ ਨੂੰ ਜਾਂ ਉਸ ਵੱਡੇ ਵਕੀਲ ਨੂੰ ਸਰਕਾਰ ਨਾਲੋਂ ਵੱਖ ਕੀਤਾ ਜਾਵੇ। ਇੱਕ ਤਰੀਕੇ ਨਾਲ ਉਹਨਾਂ ਦਾ ਸਿੱਧਾ ਇਸ਼ਾਰਾ ਸੀ ਜਿਹੜੇ ਨਵੇਂ ਐਡਵੋਕੇਟ ਜਨਰਲ ਨਿਯੁਕਤ ਕੀਤੇ ਨੇ ਭਗਵੰਤ ਮਾਨ ਦੀ ਸਰਕਾਰ ਨੇ। ਸੋ ਪਹਿਲਾਂ ਵੀ ਇਹਨਾਂ ਨੇ ਵਿਰੋਧ ਕੀਤਾ ਸੀ ਕਿ ਇਹ ਐਡਵੋਕੇਟ ਜਨਰਲ ਸਾਨੂੰ ਪ੍ਰਵਾਨ ਨਹੀਂ ਹੈ ਕਿਉਂਕਿ ਇਹ ਡੇਰੇ ਦੀ ਧਿਰ ਦੇ ਨਾਲ ਪੈਰਵਾਈ ਦੇ ਤੌਰ ਤੇ ਜੁੜੇ ਰਹੇ ਨੇ। ਇਸ ਤਰੀਕੇ ਦੀ ਜਿਹੜੇ ਗੱਲ ਨੇ, ਇਹ ਗੱਲਾਂ ਕਹੀਆਂ ਗਈਆਂ। ਹੁਣ ਉਹ ਕਹਿੰਦੇ ਨੇ ਕਿ ਇੱਕ ਤਰੀਕੇ ਨਾਲ ਏਜੀ ਦੀ ਜਿਹੜੀ ਨਿਯੁਕਤੀ ਹੈ ਉਹਦੇ ਤੋਂ ਸੰਤੁਸ਼ਟ ਨਹੀਂ। ਉਹ ਕਹਿੰਦੇ ਤਦ ਤੱਕ ਗੱਲ ਅੱਗੇ ਨਹੀਂ ਵੱਧ ਸਕਦੀ ਜਦ ਤੱਕ ਇਹ ਗੱਲਾਂ ਨਹੀਂ ਮੰਨੀਆਂ ਜਾਂਦੀਆਂ। ਸੋ ਇੱਕ ਤਰੀਕੇ ਨਾਲ ਉਹ ਕਹਿੰਦੇ ਅਸੀਂ ਸਰਕਾਰ ਨੂੰ ਤਦ ਤੱਕ ਗੱਲਬਾਤ ਲਈ ਜਾਂ ਕੋਈ ਵੀ ਮੋਹਲਤ ਨਹੀਂ ਦੇਣੀ। ਇਹ ਗੱਲ ਇੱਕ ਤਾਂ ਮੂਲ ਰੂਪ ਦੇ ਵਿੱਚ ਇਸ ਇਨਸਾਫ ਮੋਰਚੇ ਦੇ ਰਣਨੀਤਿਕ ਇਕੱਠ ਦੇ ਵਿੱਚੋਂ ਸਾਹਮਣੇ ਆਈ ਹੈ। ਹਾਲਾਂਕਿ ਫੈਸਲੇ ਹਜੇ ਉੱਥੇ ਕਈ ਫੈਸਲੇ ਜਿਹੜੇ ਨੇ ਆਉਂਦੇ ਦਿਨਾਂ 'ਚ ਸਾਡੇ ਸਾਹਮਣੇ ਆਉਣਗੇ। ਇਸ ਸੁਝਾਵਾਂ ਦੇ ਉੱਤੇ ਉੱਥੇ ਗੱਲ ਚੱਲ ਰਹੀ ਸੀ। ਇਸ ਇਨਸਾਫ ਮੋਰਚੇ ਦੇ ਇਕੱਠ ਦੇ ਵਿੱਚ ਮੈਂ ਟੈਲੀਵਿਜ਼ਨ 'ਤੇ ਵੀ ਸੁਣਿਆ ਸੁਖਰਾਜ ਸਿੰਘ ਉਹਨਾਂ ਦਾ ਭਾਸ਼ਣ, ਔਰ ਇਹਦੇ ਨਾਲ ਕੁਲਤਾਰ ਸਿੰਘ ਸੰਧਵਾ ਵੀ ਉੱਥੇ ਸੀ। ਉਹ ਕਹਿੰਦੇ ਸਾਡੀ ਸਰਕਾਰ ਤੁਹਾਡੇ ਨਾਲ ਵਾਅਦਾ ਕਰਦੀ ਆ, ਅਸੀਂ ਪੂਰੀ ਇੱਛਾ ਸ਼ਕਤੀ ਦੇ ਨਾਲ ਮਾਮਲੇ ਨਿਬੇੜਨ 'ਚ ਲੱਗੇ ਹੋਏ ਹਾਂ ਔਰ ਸਾਨੂੰ ਸਮਾਂ ਦਿਓ, ਸਾਨੂੰ ਮੋਹਲਤ ਦਿਓ। ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਧੋਖੇ ਕੀਤੇ ਨੇ ਜਿਹਦੇ ਕਰਕੇ ਸਾਨੂੰ ਸਮਾਂ ਚਾਹੀਦਾ। ਸੋ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਆਪਣਾ ਪੱਖ ਸੀ ਜਿਹੜਾ ਉੱਥੇ ਗਿਆ। ਸੁਖਰਾਜ ਸਿੰਘ ਉਹਨਾਂ ਦਾ ਵੱਖ-ਵੱਖ ਉੱਥੇ ਸਿੱਖ ਵਿਚਾਰਕ ਸੀ, ਸਿੱਖ ਬੁੱਧੀਜੀਵੀ ਸੀ, ਸਿੱਖ ਸੰਗਠਨਾਂ ਦੇ ਆਗੂ ਸੀ, ਉਹ ਸਾਰੇ ਉੱਥੇ ਪਹੁੰਚੇ ਹੋਏ ਸੀ। ਸੋ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਰੱਖੇ ਨੇ। ਮੂਲ ਰੂਪ 'ਚ ਇਹ ਫੈਸਲਾ ਆਇਆ ਹੈ ਕਿ ਸੰਘਰਸ਼ ਜਾਰੀ ਰਹੂਗਾ ਜਦ ਤੱਕ ਇਨਸਾਫ ਨਹੀਂ ਮਿਲਦਾ। ਔਰ ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ 'ਚ ਭਗਵੰਤ ਮਾਨ ਦੀ ਸਰਕਾਰ ਅੱਗੇ ਇਹ ਮੁੱਦਾ ਵੀ ਇੱਕ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਸਾਹਮਣੇ ਆਏਗਾ, ਕਿਉਂਕਿ ਜਿਸ ਤਰ੍ਹਾਂ ਨਾਲ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹੁਣੀ ਦਾਅਵੇ ਕਰਦੇ ਸੀ, ਉਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਇਨਸਾਫ ਦੇਣ ਦੀ ਦਿਸ਼ਾ ਦੇ ਵਿੱਚ ਹਜੇ ਤੱਕ ਨਜ਼ਰ ਨਹੀਂ ਆਈਆਂ। ਪਹਿਲਾਂ ਐਡਵੋਕੇਟ ਜਨਰਲ ਸੀ ਅਨਮੋਲ ਰਤਨ ਸਿੱਧੂ, ਉਹਨਾਂ ਨੇ ਟੀਮਾਂ ਭੇਜੀਆਂ ਤੇ ਵਕਤ ਦਿੱਤਾ ਗਿਆ ਸੀ ਇਨਸਾਫ ਮੋਰਚੇ ਵੱਲੋਂ, ਪਰ ਜਦੋਂ ਹਰਜੋਤ ਬੈਂਸ ਔਰ ਕੁਲਤਾਰ ਸੰਧਵਾ ਉੱਥੇ ਗਏ ਤੇ ਉਦੋਂ ਉਹਨਾਂ ਨੂੰ ਵਕਤ ਨਹੀਂ ਉੱਥੇ ਦਿੱਤਾ ਗਿਆ ਔਰ ਮੋਹਲਤ ਨਹੀਂ ਦਿੱਤੀ ਗਈ ਸਰਕਾਰ ਨੂੰ। ਸੋ ਉਹਨਾਂ ਲੀਡਰਾਂ ਦਾ ਜ਼ਰੂਰ ਉਹਨਾਂ ਨੇ ਸਤਿਕਾਰ ਕੀਤਾ, ਪਰ ਸਰਕਾਰ ਨੂੰ ਉਹਨਾਂ ਨੇ ਕਿਸੇ ਤਰ੍ਹਾਂ ਦੀ ਮੋਹਲਤ ਨਹੀਂ ਦਿੱਤੀ। ਸੋ ਇਹ ਮਾਮਲਾ ਜਿਹੜਾ ਹੈ ਇਹ ਆਉਂਦੇ ਦਿਨਾਂ 'ਚ ਚੁਣੌਤੀ ਵੀ ਬਣੇਗਾ ਔਰ ਬਹੁਤ ਸਾਰੇ ਸਿਆਸੀ ਲੀਡਰ ਨੇ, ਸੁਖਪਾਲ ਖਹਿਰਾ, ਪ੍ਰਤਾਪ ਬਾਜਵਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਇਸ ਮਸਲੇ ਤੇ ਹੁਣ ਸੈਸ਼ਨ ਬੁਲਾਏ ਵਿਧਾਨ ਸਭਾ ਦਾ। ਔਰ ਸੁਖਪਾਲ ਖਹਿਰਾ ਵੀ ਲਗਾਤਾਰ ਇਨਸਾਫ ਦੀ ਮੰਗ ਕਰਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਹੈ। ਜਿਹੜਾ ਕਾਂਗਰਸ ਦੇ ਰਾਜ 'ਚ ਵਿਧਾਨ ਸਭਾ ਸੈਸ਼ਨ ਸੀ ਉਹਦੇ 'ਚ ਝੋਲੀ ਅੱਡੀ ਸੀ ਨਵਜੋਤ ਸਿੰਘ ਸਿੱਧੂ ਨੇ। ਔਰ ਜਦੋਂ ਚਰਨਜੀਤ ਚੰਨੀ ਉਹਨਾਂ ਨੇ ਐਡਵੋਕੇਟ ਜਨਰਲ ਨਿਯੁਕਤ ਕੀਤੇ ਸੀ, ਉਦੋਂ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕੀਤਾ ਸੀ ਔਰ ਆਪਣਾ ਅਸਤੀਫਾ ਤੱਕ ਦੇ ਦਿੱਤਾ ਸੀ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਨਵਜੋਤ ਸਿੰਘ ਸਿੱਧੂ ਬਣਦਾ ਹੈ? ਨਵਜੋਤ ਸਿੰਘ ਸਿੱਧੂ ਜਿੰਨੀ ਹਿੰਮਤ ਰੱਖਦਾ ਸਿਆਸੀ ਕਿ ਉਹ ਅਸਤੀਫਾ ਦੇ ਦੇ?
ਸੋ ਇਹ ਆਉਂਦੇ ਦਿਨਾਂ ਦੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਰਹਿਣਗੀਆਂ। ਔਰ ਇੱਕ ਹੋਰ ਵੱਡਾ ਅਪਡੇਟ ਹੈ ਜਿਹੜਾ ਮੈਂ ਸਾਂਝਾ ਜ਼ਰੂਰ ਕਰਨਾ ਚਾਹੂੰਗਾ ਹਰਜੋਤ ਜੀ, ਇਹ ਲਗਭਗ ਸਾਫ਼ ਹੋ ਗਿਆ, ਜਿਵੇਂ ਜਿਵੇਂ ਜਾਣਕਾਰੀ ਆ ਰਹੀ ਹੈ ਮੇਰੇ ਕੋਲੇ ਮੈਂ ਸਾਂਝੀ ਕਰ ਰਿਹਾ, ਇਹ ਸਾਫ਼ ਹੋ ਗਿਆ ਕਿ 15 ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ ਇਨਸਾਫ ਮੋਰਚੇ ਵੱਲੋਂ। ਸੁਖਰਾਜ ਸਿੰਘ ਹੁਣਾਂ ਵੱਲੋਂ ਇਹ ਬਿਆਨ ਵੀ ਆ ਗਿਆ, 15 ਦਿਨ ਦਾ ਅਲਟੀਮੇਟਮ ਦੇ ਦਿੱਤਾ ਇਨਸਾਫ ਮੋਰਚੇ ਵੱਲੋਂ ਭਗਵੰਤ ਮਾਨ ਦੀ ਸਰਕਾਰ ਨੂੰ। ਔਰ 16 ਅਗਸਤ ਨੂੰ ਦੁਬਾਰਾ ਵੱਡਾ ਇਕੱਠ ਜਿਹੜਾ ਰੱਖਿਆ ਗਿਆ ਹੈ ਬਾਈਬਲ ਕਲਾਂ ਉਸੇ ਥਾਂ ਦੇ ਉੱਤੇ, ਔਰ 16 ਅਗਸਤ ਨੂੰ ਇਸ ਇਕੱਠ 'ਚ ਇੱਕ ਵਾਰੀ ਫੇਰ ਪੰਥ ਫੈਸਲਾ ਕਰੂਗਾ ਕਿ ਅਗਲਾ ਸੰਘਰਸ਼ ਕਿਵੇਂ ਕਰਨਾ ਹੈ। ਔਰ ਇਹ ਵੀ ਕਹਿ ਦਿੱਤਾ ਗਿਆ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਸਰਕਾਰ 15 ਦਿਨਾਂ ਦੇ ਵਿੱਚ ਜੋ ਕੁਝ ਕਰ ਸਕਦੀ ਹੈ ਉਹ ਕਰੇ। ਸੋ ਗੱਲਬਾਤ ਫੇਰ ਹੋਏਗੀ ਸਰਕਾਰ ਦੇ ਨਾਲ, ਮੁੱਲ ਦੀ ਗੱਲ ਫੇਰ ਅੱਗੇ ਵਧੇਗੀ ਜੇ ਇਨਸਾਫ ਮੋਰਚੇ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ। ਔਰ 15 ਅਗਸਤ ਵਾਲੇ ਦਿਨ ਬਹੁਤ ਹੀ ਪਵਿੱਤਰ ਕੇਸਰੀ ਨਿਸ਼ਾਨ ਸਾਹਿਬ ਲਾਉਣ ਦਾ ਵੀ ਸੱਦਾ ਦਿੱਤਾ ਗਿਆ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ 15 ਅਗਸਤ ਦੇ ਦਿਨ ਕੇਸਰੀ ਝੰਡੇ ਲਹਿਰਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ, ਸੱਦਾ ਦੇ ਦਿੱਤਾ ਗਿਆ ਹੈ। ਸੁਖਰਾਜ ਸਿੰਘ ਬੋਲ ਰਹੇ ਸੀ ਪੱਤਰਕਾਰਾਂ ਦੇ ਨਾਲ। ਸੋ ਵੱਡੇ ਫੈਸਲੇ ਨੇ ਜਿਹੜੇ ਉਹ ਬਾਈਬਲ ਕਲਾਂ ਇਨਸਾਫ ਮੋਰਚੇ ਵੱਲੋਂ ਲਏ ਗਏ ਨੇ। ਅਗਲੀ ਖਬਰ ਵੱਲ ਵਧਦੇ ਹਾਂ। ਡੱਲਾ ਜੀ ਤਾਂ ਦਰਬਾਰੇ ਪੰਜਾਬ ਦੀ ਸਰਪ੍ਰਸਤੀ ਅਧੀਨ ਕਈ ਜਥੇਬੰਦੀਆਂ ਕਾਰਜਸ਼ੀਲ ਨੇ। ਉਹਨਾਂ ਨੇ ਨਵੇਂ ਅਟਾਰਨੀ ਜਨਰਲ ਦੀ ਨਿਯੁਕਤੀ ਦੇ ਉੱਪਰ ਵਿਰੋਧ ਕੀਤਾ। ਉੱਥੇ ਹੀ ਐਲਾਨ ਕੀਤਾ ਉਹਨਾਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੱਕ ਜੋ ਹੈ ਬੰਦੀ ਸਿੰਘਾਂ ਦੀ ਰਿਹਾਈ ਮੁੱਦੇ ਨੂੰ ਲੈ ਕੇ ਉਹ ਮਾਰਚ ਕੱਢਣਗੇ, ਸੰਘਰਸ਼ ਕਰਨਗੇ। ਸੋ ਕਿਹੜੀ ਜਥੇਬੰਦੀਆਂ ਨੇ ਡੱਲਾ ਜੀ ਜਿਨ੍ਹਾਂ ਨੇ ਐਲਾਨ ਕੀਤੇ ਨੇ ਤੇ ਕੀ ਉਹਨਾਂ ਨੇ ਕਿਹਾ ਹੈ ਕਿ ਕਿਸ ਤਰੀਕੇ ਨਾਲ ਉਹ ਸੰਘਰਸ਼ ਕਰਨਗੇ? ਦੇਖੋ, ਮੈਂ ਪੜ੍ਹ ਰਿਹਾ ਸੀ ਹਰਜੋਤ ਜੀ, ਮੀਡੀਆ ਦੇ ਵਿੱਚ ਕਈ ਥਾਂ ਰਿਪੋਰਟ ਹੋਇਆ ਦਰਬਾਰੇ ਪੰਜਾਬ ਇਹਦੀ ਸਰਪ੍ਰਸਤੀ ਦੇ ਅਧੀਨ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਕਾਰਜਸ਼ੀਲ ਨੇ। ਸੋ ਉਹਨਾਂ ਦੇ ਵਿੱਚੋਂ ਯੂਨਾਈਟਿਡ ਅਕਾਲੀ ਦਲ ਹੈ, ਪੰਜਾਬ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਿਤ ਨੁਮਾਇੰਦੇ ਨੇ, ਕਈ ਲੋਕ ਅਧਿਕਾਰ ਲਹਿਰ ਦੇ ਨਾਲ ਜੁੜੇ ਹੋਏ ਨੁਮਾਇੰਦੇ ਨੇ। ਸੋ ਬਹੁਤ ਸਾਰੀਆਂ ਜਥੇਬੰਦੀਆਂ ਨੇ। ਉਹਨਾਂ ਦਾ ਇੱਥੋਂ ਤੱਕ ਦਾਅਵਾ ਹੈ ਕਿ ਕਈ ਜਥੇਬੰਦੀਆਂ ਦਾ ਦਾਅਵਾ ਹੈ ਕਿ ਭਗਵੰਤ ਮਾਨ ਜਿਸ ਦਿਨ ਕੌਮੀ ਝੰਡਾ ਲਹਿਰਾਣਗੇ ਲੁਧਿਆਣੇ 15 ਅਗਸਤ ਦੇ ਦਿਨ, ਉਸ ਸਟੇਡੀਅਮ ਦੇ ਬਾਹਰ ਕਾਲੇ ਚੋਲੇ ਪਾ ਕੇ ਰੋਸ ਵਿਖਾਵਾ ਕਰਨਗੇ। ਸੋ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੇ ਨਾਲ ਕਈ ਸਿੱਖ ਜਥੇਬੰਦੀਆਂ ਨਾਰਾਜ਼ ਨੇ ਔਰ ਮੰਗ ਸਾਫ਼ ਤੌਰ ਤੇ ਕਰ ਦਿੱਤੀ ਗਈ ਹੈ ਦਰਬਾਰੇ ਪੰਜਾਬ ਦੀ ਸਰਪ੍ਰਸਤੀ ਅਧੀਨ ਜਿਹੜੀਆਂ ਕਾਰਜਸ਼ੀਲ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਿ ਜਿਹੜੇ ਨਵੇਂ ਐਡਵੋਕੇਟ ਜਨਰਲ ਨੇ ਇਹਨਾਂ ਨੂੰ ਹਟਾਇਆ ਜਾਵੇ। ਇਹ ਵੀ ਮੰਗ ਹੈ ਜਿਹੜੀ ਉਹਨਾਂ ਨੇ ਕੀਤੀ ਹੈ। ਹਾਲਾਂਕਿ ਜਿਹੜੀ ਬਾਰ ਕੌਂਸਲ ਹੈ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਭਾਵੇਂ ਇੱਕ ਡਾਕਟਰ ਨੇ, ਉਹਨਾਂ ਨੇ ਹਰ ਕਿਸੇ ਦਾ ਇਲਾਜ ਕਰਨਾ ਹੁੰਦਾ। ਇਸੇ ਤਰ੍ਹਾਂ ਜਿਹੜੇ ਵਕੀਲ ਨੇ ਉਹ ਹਰ ਧਿਰ ਲਈ ਕਾਨੂੰਨੀ ਸਹਾਇਤਾ ਦਿੰਦੇ ਨੇ। ਸੋ ਉਹ ਕਹਿ ਰਹੇ ਨੇ ਕਿ ਵਕੀਲਾਂ ਦਾ ਕੋਈ ਨਿੱਜੀ ਉਦੇਸ਼ ਨਹੀਂ ਹੁੰਦਾ, ਉਹਨਾਂ ਦਾ ਉਦੇਸ਼ ਜਨਹਿਤ 'ਚ ਕਾਨੂੰਨੀ ਸਹਾਇਤਾ ਦਾ ਹੁੰਦਾ ਹੈ। ਪਰ ਕਿਉਂਕਿ ਇਹ ਇਲਜ਼ਾਮ ਲੱਗੇ ਨੇ ਕਿ ਡੇਰੇ ਦੇ ਕੇਸ ਦੇ ਨਾਲ ਜੁੜੇ ਰਹੇ ਨੇ ਜਿਹੜੇ ਨਵੇਂ ਐਡਵੋਕੇਟ ਜਨਰਲ ਨੇ, ਤੇ ਜਨ ਭਾਵਨਾ ਇਹ ਕਹਿੰਦੀ ਹੈ ਕਿ ਸਾਨੂੰ ਇਨਸਾਫ ਇੰਨੇ ਸਮੇਂ ਦਾ ਨਹੀਂ ਮਿਲਿਆ, ਸੋ ਤੁਸੀਂ ਕਿਸੇ ਹੋਰ ਐਡਵੋਕੇਟ ਜਨਰਲ ਨੂੰ ਲੈ ਕੇ ਆਓ। ਇਹ ਇਹਨਾਂ ਧਿਰਾਂ ਦਾ ਇਲਜ਼ਾਮ ਹੈ। ਔਰ ਇਹ ਧਿਰਾਂ ਇਹ ਵੀ ਕਹਿ ਰਹੀਆਂ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ ਤੇ ਹਜੇ ਤੱਕ ਅਰਵਿੰਦ ਕੇਜਰੀਵਾਲ ਨੇ ਰਿਹਾਈ ਦਾ ਫੈਸਲਾ ਨਹੀਂ ਕੀਤਾ। ਔਰ ਇਹ ਸਾਰੇ ਲੋਕ, ਇਹਨਾਂ ਦੇ ਵਿੱਚੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ, ਬਠਿੰਡਾ 'ਚ ਪ੍ਰੈਸ ਕਾਨਫਰੰਸ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਭਾਈ ਜਸਬੀਰ ਸਿੰਘ ਰੋਡੇ ਹੈ, ਅਮਰੀਕ ਸਿੰਘ ਅਜਨਾਲਾ ਵੀ ਨੇ ਪ੍ਰੈਸ ਕਾਨਫਰੰਸ ਜਿਨ੍ਹਾਂ ਨੇ ਕੀਤੀ ਹੈ, ਪਾਲ ਸਿੰਘ ਫਰਾਂਸ ਸੀਗੇ। ਇਹ ਕਹਿੰਦੇ ਵੀ ਅਸੀਂ ਹੁਣ 30 ਅਗਸਤ ਨੂੰ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕ ਕੇ ਉੱਥੋਂ ਇੱਕ ਰੋਸ ਮਾਰਚ ਸ਼ੁਰੂ ਕਰਾਂਗੇ ਜਿਹੜਾ ਕਿ ਬੰਦੀ ਸਿੰਘਾਂ ਔਰ ਸਾਰੇ ਮਾਮਲਿਆਂ ਦੇ ਵਿੱਚ ਰੋਸ ਦਾ ਪ੍ਰਗਟਾਵਾ ਕਰੂਗਾ। ਅਸੀਂ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੱਕ ਜਾਵਾਂਗੇ। ਸੋ ਇਹ ਜਿਹੜੇ ਮਸਲੇ ਨੇ, ਜਿਹੜੇ ਪੰਥਕ ਮਸਲੇ ਵੀ ਨੇ ਕਈ, ਇਹ ਕਾਫੀ ਭਾਰੂ ਹੁੰਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ। ਔਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੀ ਗੰਭੀਰਤਾ ਨੂੰ ਮਹਿਸੂਸ ਨਹੀਂ ਕਰ ਰਹੀ। ਮੈਨੂੰ ਲੱਗਦਾ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਮਸਲਿਆਂ ਨੂੰ ਵਿਚਾਰਿਆ ਜਾਣਾ ਚਾਹੀਦਾ। ਤੇ ਡੱਲਾ ਜੀ, ਹੁਣ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਦੀ ਗੱਲ ਕਰ ਲਈਏ, ਕਿਉਂਕਿ ਖਬਰਾਂ ਨੇ ਕਿ ਲੁਧਿਆਣਾ ਦਾ ਜੋ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਦਾ ਕੰਮ ਹੈ ਉਹ ਠੱਪ ਹੋਇਆ ਪਿਆ।
ਨਿਰਮਾਣ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਵੀ ਆਪਣਾ ਸਾਰਾ ਜੋ ਹੈ ਸਮਾਨ ਸਮੇਟ ਲਿਆ ਹੈ ਤੇ ਕੇਂਦਰ ਨੇ ਜੋ ਹੈ ਫੰਡ ਮੁਕੰਮਲ ਤੌਰ ਤੇ ਜਾਰੀ ਨਹੀਂ ਕੀਤੇ ਨੇ। ਸੂਬਾ ਸਰਕਾਰ ਤੇ ਕੇਂਦਰ ਦੀ ਕੀ ਭੂਮਿਕਾ ਹੈ, ਕਿਉਂਕਿ ਆਪਾਂ ਅਗਰ ਗੱਲ ਕਰੀਏ ਕਰੋੜਾਂ ਰੁਪਏ ਡੱਲਾ ਜੀ ਹੁਣ ਤੱਕ ਉਹਦੇ ਉੱਪਰ ਲੱਗ ਚੁੱਕਿਆ ਹੈ ਤੇ ਅਜਿਹੇ ਦੇ ਵਿੱਚ ਕੰਮ ਠੱਪ ਹੋ ਜਾਣਾ, ਨਿਰਮਾਣ ਕੰਪਨੀਆਂ ਵੱਲੋਂ ਵੀ ਜੋ ਹੈ ਆਪਣਾ ਸਾਰਾ ਸਮਾਨ ਸਮੇਟ ਲੈਣਾ, ਅੱਧ ਅਧੂਰਾ ਜਾਏ ਪਿਆ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਤੇ ਹੁਣ ਇੱਕ ਮੁੱਦਾ ਬਣਦਾ ਜਾ ਰਿਹਾ। ਹਵਾਈ ਅੱਡਾ ਤਾਂ ਨਹੀਂ ਬਣਿਆ ਪਰ ਇੱਕ ਮੁੱਦਾ ਜ਼ਰੂਰ ਬਣਦਾ ਜਾ ਰਿਹਾ। ਕਈ ਕਰੋੜ ਖਰਚਣ ਤੋਂ ਬਾਅਦ ਕੰਮ ਠੱਪ ਕਿਉਂ ਹੋ ਗਿਆ? ਦੇਖੋ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ, ਉਹਨਾਂ ਨੇ ਦਾਅਵਾ ਕੀਤਾ ਸੀ ਪਿੱਛੇ ਜੇ ਕਿ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਹੈ ਜਲਦ ਮੁਕੰਮਲ ਹੋਏਗਾ। ਔਰ ਇਸ ਤੋਂ ਬਾਅਦ ਇੱਕ ਬੜੇ ਸੀਨੀਅਰ ਪੱਤਰਕਾਰ ਨੇ ਸੰਤੋਖ ਗਿੱਲ ਪੰਜਾਬੀ ਟ੍ਰਿਬਿਊਨ ਦੇ ਵਿੱਚ, ਉਹਨਾਂ ਨੇ ਕੱਲ੍ਹ ਦੇ ਪੰਜਾਬੀ ਟ੍ਰਿਬਿਊਨ 'ਚ ਰਿਪੋਰਟ ਹੀ ਛਾਪਤੀ। ਉਹ ਕਹਿੰਦੇ ਅੰਤਿਮ ਪੜਾਅ 'ਤੇ ਆ ਕੇ ਹਲਵਾਰਾ ਹਵਾਈ ਅੱਡੇ ਦਾ ਜਿਹੜਾ ਕੰਮ ਹੈ ਉਹ ਠੱਪ ਪਿਆ। ਉਹਨਾਂ ਨੇ ਤਸਵੀਰਾਂ ਵੀ ਛਾਪੀਆਂ ਕਿ ਹਵਾਈ ਅੱਡੇ ਦੇ ਵਿੱਚ ਪਸ਼ੂ ਚਰਾਏ ਜਾ ਰਹੇ ਨੇ ਉਸ ਥਾਂ 'ਤੇ ਜਿੱਥੇ ਬਹੁਤ ਕੁਝ ਬਣਨਾ ਹੈ। ਉਹਦੇ ਵਿੱਚ ਸੜਕਾਂ ਬਣਨੀਆਂ ਨੇ, ਟੈਕਸੀ ਸਟੈਂਡ ਬਣਨੇ ਨੇ, ਲੋਕਾਂ ਦੇ ਆਵਾਜਾਈ ਦੇ ਸਾਧਨ ਬਣਨੇ ਨੇ, ਟਰਮੀਨਲ ਬਣਨੇ ਨੇ। ਸੋ ਅੰਤਿਮ ਪੜਾਅ ਦੇ ਕੰਮ ਜਿਹੜੇ ਰੁਕ ਗਏ ਨੇ। ਔਰ ਸੰਤੋਖ ਗਿੱਲ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਇਹ ਉਜਾਗਰ ਕਰਦੀ ਹੈ ਕਿ ਉੱਥੇ 2 ਕੰਪਨੀਆਂ ਸੀ ਜਿਨ੍ਹਾਂ ਨੂੰ ਠੇਕਾ ਦਿੱਤਾ ਗਿਆ ਸੀ ਵੱਖ-ਵੱਖ ਤਰ੍ਹਾਂ ਦਾ, ਔਰ ਉਹ ਕੰਪਨੀਆਂ ਆਪਣਾ ਸਾਜੋ ਸਮਾਨ ਸਮੇਟ ਕੇ ਉੱਥੋਂ ਜਾ ਚੁੱਕੀਆਂ ਨੇ। ਸੋ ਸੁੰਨਾ ਹੋ ਗਿਆ ਹਲਵਾਰਾ ਦਾ ਅੰਤਰਰਾਸ਼ਟਰੀ ਬਣਨ ਵਾਲਾ ਹਵਾਈ ਅੱਡਾ। ਔਰ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਵੱਲੋਂ ਵੀ ਖਾਸੀ ਰਕਮ ਆਉਣੀ ਸੀ। ਅੰਦਾਜ਼ਾ ਦੱਸਦੇ ਨੇ ਕਿ ਹੁਣ ਤੱਕ ਸੂਬੇ ਸਰਕਾਰ ਤੇ ਸਾਰੀ ਜ਼ਿੰਮੇਵਾਰੀ ਆ ਗਈ। 162 ਏਕੜ ਦੇ ਕਰੀਬ ਜਿਹੜੀ ਹੈ ਇਹ ਜਗ੍ਹਾ ਦੱਸੀ ਜਾ ਰਹੀ ਹੈ ਹਰਜੋਤ ਜੀ। 162 ਏਕੜ ਜ਼ਮੀਨ ਤੇ ਇਹ ਬਣ ਰਿਹਾ ਹੈ। ਔਰ ਆਖਰੀ ਪੜਾਅ ਦਾ ਜਿਹੜਾ ਟੈਂਡਰ ਹੈ ਉਹਦੇ ਲਈ 47 ਕਰੋੜ ਰੁਪਏ ਪਾਸ ਹੋਏ ਸੀ, ਪਰ 6 ਮਹੀਨਿਆਂ ਦੇ ਵਿੱਚ ਵੀ ਉਹ ਪੈਸੇ ਜਾਰੀ ਨਹੀਂ ਹੋਏ। ਸੋ ਖਬਰਾਂ ਇਹ ਨੇ, ਮੀਡੀਆ ਦੀਆਂ ਰਿਪੋਰਟਾਂ, ਕਿ ਕੇਂਦਰ ਸਰਕਾਰ ਨੇ ਆਪਣਾ ਹੱਥ ਕੁੱਟਿਆ ਹੋਇਆ ਪੈਸੇ ਜਾਰੀ ਕਰਨ ਕਰਕੇ, ਜਿਸ ਕਰਕੇ ਜ਼ਿਆਦਾਤਰ ਜ਼ਿੰਮੇਵਾਰੀ ਹੈ ਜਿਹੜੀ ਉਹ ਭਗਵੰਤ ਮਾਨ ਦੀ ਸਰਕਾਰ ਤੇ ਪੈ ਗਈ, ਸੂਬਾ ਸਰਕਾਰ ਤੇ ਪੈ ਗਈ। ਸੋ ਹੁਣ ਵੇਖਦੇ ਹਾਂ ਕਿ ਸੂਬਾ ਸਰਕਾਰ ਇਸ ਮਾਮਲੇ ਨੂੰ ਕਿਵੇਂ ਨਜਿੱਠਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਤੁਰੰਤ ਜਿਹੜੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ, ਸਾਡੇ ਦੇਸ਼ ਦੇ ਐਵੀਏਸ਼ਨ ਮਿਨਿਸਟਰ ਨੇ, ਉਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਅਗਰ ਬਣਦਾ ਹੈ ਤੇ ਸਨਅਤ ਦੀ ਦ੍ਰਿਸ਼ਟੀ ਤੋਂ ਵੀ ਇਹ ਪੰਜਾਬ ਲਈ ਕਾਫੀ ਲਾਭਦਾਇਕ ਰਹੇਗਾ। ਔਰ ਆਉਂਦੇ ਦਿਨਾਂ ਦੇ ਵਿੱਚ ਸਾਡੀਆਂ ਖੇਤੀ ਵਸਤਾਂ ਦੀ ਸਪਲਾਈ ਦੇ ਮੱਦੇਨਜ਼ਰ ਵੀ ਇਹ ਜਿਹੜਾ ਹਵਾਈ ਅੱਡਾ ਹੈ ਇਹ ਬਹੁਤ ਲਾਭਕਾਰੀ ਰਹਿ ਸਕਦਾ ਹੈ। ਸੋ ਜਿਹੜੀਆਂ ਕੰਪਨੀਆਂ ਉੱਥੋਂ ਚਲੀਆਂ ਗਈਆਂ ਉਹਨਾਂ ਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ ਹੈ। ਔਰ ਸੂਬਾ ਸਰਕਾਰ ਨੂੰ ਆਪਣੇ ਵੱਲੋਂ ਫੰਡ ਜਾਰੀ ਕਰ ਦੇਣੇ ਚਾਹੀਦੇ ਨੇ। ਅਗਰ ਕੇਂਦਰ ਆਪਣੇ ਹਿੱਸੇ ਦਾ ਪੈਸਾ ਨਹੀਂ ਦੇ ਰਿਹਾ, ਕੇਂਦਰ ਤੋਂ ਪੈਸਾ ਕਿਉਂ ਨਹੀਂ ਆ ਰਿਹਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਖੋਜ ਦਾ ਵਿਸ਼ਾ ਹੈ। ਕਿਉਂਕਿ ਇਸ ਤਰੀਕੇ ਦੀਆਂ ਵੀ ਗੱਲਾਂ ਨੇ ਕਿ ਕੇਂਦਰ ਵੱਲੋਂ ਕਈ ਵਾਰੀ ਪੈਸੇ ਭੇਜੇ ਜਾਂਦੇ ਨੇ ਤੇ ਸੂਬਾ ਸਹੀ ਥਾਂ ਨਹੀਂ ਵਰਤਦਾ। ਸੋ ਕੈਪਟਨ ਅਮਰਿੰਦਰ, ਚਰਨਜੀਤ ਚੰਨੀ, ਸੁਖਬੀਰ ਬਾਦਲ ਪਿਛਲੀਆਂ ਸਰਕਾਰਾਂ ਸੀ, ਸੋ ਉਹਨਾਂ ਦੇ ਜਿਹੜੇ ਖਾਤੇ ਨੇ ਉਹ ਵੀ ਫਰੋਲ ਲੈਣੇ ਚਾਹੀਦੇ ਨੇ ਭਗਵੰਤ ਮਾਨ ਨੂੰ ਸਾਹਨੇਵਾਲ ਹਵਾਈ ਅੱਡੇ ਦੇ ਮਾਮਲੇ ਤੇ, ਤਾਂ ਕਿ ਅਗਰ ਉਹਨਾਂ ਦੀ ਕਮੀ ਕਰਕੇ ਕੇਂਦਰ ਪੈਸੇ ਨਹੀਂ ਭੇਜ ਰਿਹਾ ਤੇ ਉਸ ਕਮੀ ਨੂੰ ਦਰੁਸਤ ਕੀਤਾ ਜਾ ਸਕੇ। ਡੱਲਾ ਜੀ, ਲਗਾਤਾਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਵਿਰੋਧ ਦੇ ਹੀ ਸੁਰ ਬੁਲੰਦ ਹੋ ਰਹੇ ਨੇ, ਕਿਉਂਕਿ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਵੱਡੇ ਅੰਦੋਲਨ ਦੀ ਗੱਲ ਕੀਤੀ ਜਾ ਰਹੀ ਹੈ। ਗਤੀਵਿਧੀਆਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਕਿਸ ਤਰੀਕੇ ਨਾਲ ਉਹ ਆਪਣਾ ਜੋ ਹੈ ਅੰਦੋਲਨ ਕਰਨਾ ਚਾਹ ਰਹੇ ਨੇ, ਗਤੀਵਿਧੀਆਂ ਤੇ ਤੁਸੀਂ ਕੀ ਕਹੋਗੇ? ਤੇ ਨਾਲ ਦੀ ਨਾਲ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਨਾਲ ਨਾਰਾਜ਼ਗੀ ਜੋ ਚੱਲ ਰਹੀ ਹੈ ਇਹ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ, ਜ਼ਰੂਰ ਤੁਹਾਡੇ ਤੋਂ ਹਰ ਇੱਕ ਜੋ ਹੈ ਪਹਿਲੂ ਜਾਣਨਾ ਚਾਹਾਂਗੇ ਕਿ ਕੀ ਸਥਿਤੀ ਹੁਣ ਲੱਗ ਰਹੀ ਹੈ ਮੌਜੂਦਾ, ਕਿਉਂਕਿ ਇਸ ਤਰੀਕੇ ਨਾਲ ਵੱਡੇ ਅੰਦੋਲਨ ਦਾ ਐਲਾਨ ਕਰ ਦੇਣਾ ਵਾਕਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਲਈ ਚਿੰਤਾ ਦਾ ਕਾਰਨ ਹੈ। ਦੇਖੋ, ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਦੇਸ਼ ਭਰ ਦੇ ਵਿੱਚ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਆਪਣੇ ਆਪਣੇ ਪੱਧਰ ਤੇ, ਮਿੱਠੀਆਂ ਥਾਵਾਂ ਤੇ, ਕਈ ਜਗ੍ਹਾ ਰੇਲ ਰੋਕੀਆਂ ਗਈਆਂ। ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਉਹਨਾਂ ਦੀ ਸਰਕਾਰ ਤੋਂ ਨਾਖੁਸ਼ ਨੇ ਕਿ ਜਦੋਂ ਅੰਦੋਲਨ ਖਤਮ ਹੋਇਆ ਕਈ ਵਾਅਦੇ ਕੀਤੇ ਗਏ ਉਹ ਪੂਰੇ ਨਹੀਂ ਕੀਤੇ ਜਾ ਰਹੇ। MSP ਵਾਲੀ ਗੱਲ ਵੀ ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਸ਼ਾਮਲ ਹੈ। ਸੋ ਬਹੁਤ ਸਾਰੀਆਂ ਮੰਗਾਂ ਨੇ, MSP ਤੇ ਕਾਨੂੰਨ ਦੀ ਮੰਗ ਹੈ। ਔਰ 40 ਦੇ ਕਰੀਬ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ 'ਚ ਪੰਜਾਬ 'ਚ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਖੰਨਾ, ਮੋਗਾ, ਕਈ ਥਾਵਾਂ ਤੇ, ਵੱਖ-ਵੱਖ ਥਾਵਾਂ ਤੇ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੇ ਆਪਣੋ ਆਪਣੇ ਪੱਧਰ ਤੇ ਆਪਣੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕੀਤਾ। ਕਈ ਥਾਵਾਂ ਤੇ ਰੇਲਾਂ ਰੋਕੀਆਂ ਗਈਆਂ, ਅੰਮ੍ਰਿਤਸਰ 'ਚ, ਬਠਿੰਡੇ 'ਚ ਵੀ ਰੇਲਾਂ ਰੋਕੀਆਂ ਗਈਆਂ। ਸ਼ੰਭੂ ਬੈਰੀਅਰ ਤੇ ਜਿਹੜੇ ਟੋਲ ਪਲਾਜ਼ੇ ਨੇ ਉੱਥੇ ਕਈ ਥਾਂ ਧਰਨੇ ਮਾਰੇ ਗਏ। ਸੋ ਬਹੁਤ ਪ੍ਰਭਾਵੀ ਹੈ ਜਿਹੜਾ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਇਹ ਪ੍ਰੋਟੈਸਟ ਰਿਹਾ। ਔਰ ਕੇਂਦਰ ਤੋਂ ਮੰਗ ਹੈ
ਸੂਬਾ ਸਰਕਾਰ ਨਾਲ ਵੀ ਕਈ ਨਾਰਾਜ਼ਗੀਆਂ ਨੇ, ਪਰ ਕੇਂਦਰ ਤੋਂ ਮੰਗ ਹੈ ਕਿ MSP ਤੇ ਜਲਦ ਤੋਂ ਜਲਦ ਕਾਨੂੰਨ ਬਣਾਇਆ ਜਾਵੇ ਤੇ ਬਾਕੀ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ। ਜੀ ਡੱਲਾ ਜੀ, ਜ਼ਰੂਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਕੋਈ ਹੋਰ ਖਾਸ ਖਬਰ ਹੋਵੇ ਜਿਸ ਦੇ ਉੱਪਰ ਮੈਂ ਸਵਾਲ ਨਹੀਂ ਕਰ ਸਕੀ ਹਾਂ, ਪਰ ਤੁਸੀਂ ਜ਼ਰੂਰ ਉਸ ਉੱਪਰ ਟਿੱਪਣੀ ਕਰੋ ਜਿਹੜੀ ਵੀ ਕੋਈ ਖਾਸ ਖਬਰ ਰਹਿ ਗਈ ਹੋਵੇ, ਤਾਂ ਕਿ ਦਰਸ਼ਕਾਂ ਤੱਕ ਆਪਾਂ ਹਰ ਖਬਰ ਦਾ ਹਰ ਪਹਿਲੂ ਪਹੁੰਚਾ ਸਕੀਏ। ਦੇਖੋ ਹਰਜੋਤ ਜੀ, ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੱਲ੍ਹ 31 ਜੁਲਾਈ ਸੀ, ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਰਾਜ ਪੱਧਰੀ ਸਮਾਗਮ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਅਮਨ ਅਰੋੜਾ ਪਹੁੰਚੇ ਜਿਹੜੇ ਮੰਤਰੀ ਨੇ। 22.60 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ, ਉੱਥੇ ਨੀਂਹ ਪੱਥਰ ਵੀ ਰੱਖੇ ਭਗਵੰਤ ਮਾਨ ਸਾਹਿਬ ਨੇ। ਇਸ ਮੌਕੇ ਉਹਨਾਂ ਨੇ 1-2 ਵੱਡੀਆਂ ਗੱਲਾਂ ਕਹੀਆਂ। ਸ਼ਹੀਦਾਂ ਦੇ ਸਨਮਾਨ 'ਚ ਤਾਂ ਅਸੀਂ ਸਾਰੇ ਖੜੇ ਹਾਂ। ਭਗਵੰਤ ਮਾਨ ਕਹਿੰਦੇ ਕੁਝ ਲੋਕ ਸ਼ਹੀਦਾਂ ਨੂੰ ਨਿੰਦਦੇ ਨੇ ਉਦੋਂ ਦੁੱਖ ਹੁੰਦਾ ਹੈ। ਸ਼ਾਇਦ ਇਸ਼ਾਰਾ ਸਿਮਰਨਜੀਤ ਸਿੰਘ ਮਾਨ ਵੱਲ ਸੀ ਜਿਨ੍ਹਾਂ ਨੇ ਭਗਤ ਸਿੰਘ ਦੇ ਉੱਤੇ ਸਵਾਲ ਚੱਕੇ ਸੀ। ਸੋ ਭਗਵੰਤ ਮਾਨ ਉਹਨਾਂ ਦੀ ਗੱਲ ਵੀ ਸੁਣ ਲਈਏ ਇਸ ਖਾਸ ਮੌਕੇ ਤੇ ਜਦੋਂ ਕੱਲ੍ਹ ਉਹ ਉੱਥੇ ਗਏ। 75 ਮੁਹੱਲਾ ਕਲੀਨਿਕ ਬਣ ਕੇ ਤਿਆਰ ਹੋ ਜਾਣਗੇ 15 ਅਗਸਤ ਨੂੰ। 75 MBBS ਡਾਕਟਰ, ਫਾਰਮਾਸਿਸਟ, ਨਰਸ, ਸਵੀਪਰ ਕਮ ਪੀਐਨ, ਉਹਦੀ ਰੱਖ ਰਖਾਓ ਵਾਸਤੇ ਸਭ ਕੁਝ। ਤੇ ਤੁਹਾਨੂੰ 90% ਬੰਦੇ ਉੱਥੋਂ ਹੀ ਦਵਾਈ ਲੈ ਕੇ ਘਰੇ ਚਲੇ ਜਾਣਗੇ। ਇੱਧਰ ਉੱਧਰ ਵੱਡੇ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਪੈਣੀ। ਟੈਸਟ ਹੋਣਗੇ ਖੂਨ ਦੇ 100 ਕਿਸਮ ਦੇ, ਖੂਨ ਲੈ ਲੈਣਗੇ ਤੁਹਾਡਾ, ਲੈਬੋਰਟਰੀ 'ਚ ਭੇਜਣਗੇ। ਅਗਲੇ ਦਿਨ ਲੈਬੋਰਟਰੀ 'ਚੋਂ ਰਿਪੋਰਟ ਆਊਗੀ, ਨਾਲੇ ਤੁਹਾਡੇ ਫੋਨ ਤੇ ਆ ਜਾਊਗੀ, ਨਾਲੇ ਡਾਕਟਰ ਕੋਲੇ ਆ ਜਾਊਗੀ ਕਿ ਭਾਈ ਆਹ ਦਵਾਈ ਸ਼ੁਰੂ ਕਰਨੀ ਪਊਗੀ, ਤੇਰੇ ਖੂਨ 'ਚ ਹੈ। ਜੇ ਕੋਈ ਵੱਧ ਇਲਾਜ ਹੈ ਜਿਹੜਾ ਉੱਥੇ ਹੈ ਨਹੀਂ, ਫਿਰ ਉਹ ਕਹਿ ਸਕਦੇ ਨੇ ਵੀ ਸੰਗਰੂਰ ਚਲਾ ਜਾ, ਉੱਥੇ ਭਾਈ ਤੈਨੂੰ ਆ ਲਿਖ ਕੇ ਦੇ ਦੇਣੇ ਪਰਚੀ। 1 ਰੁਪਈਆ ਵੀ ਤੁਹਾਡਾ ਕਿਸੇ ਦਵਾਈ ਤੇ ਜਾਂ ਟੈਸਟ ਤੇ ਲੱਗੂਗਾ ਨਹੀਂ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਖਬਰਾਂ ਦੀ ਪੜਤਾਲ ਕਰਕੇ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਸਾਨੂੰ ਕਮੈਂਟ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।